ਇਹ ਤਾਂ ਇਹ ਕਹਿੰਦੇ ਨੇ ਕਿ ਜੋ ਅਸੀਂ ਕਰਤਾ ਉਹ ਸਹੀ ਹੈ ਤੇ ਜਾਂ ਤਾਂ ਤੁਸੀਂ ਮੰਨ ਲਓ ਮਾਈ ਵੇ ਜਾਂ ਹਾਈਵੇ ਤਰੀਕਾ ਇੱਕੋ ਅਪਣਾਇਆ ਜਾਂਦਾ ਡਾਂਗ ਔਰ ਗੋਲੀ। ਇਹ ਤਰੀਕਾ ਨਹੀਂ ਹੈ ਡੈਮੋਕ੍ਰੇਸੀ ਕਿਉਂ ਮਜ਼ਬੂਤ ਨਹੀਂ ਅੰਗਰੇਜ਼ਾਂ ਤੋਂ ਵੀ ਬੱਤਰ ਨੇ ਜੇ ਗੱਲ ਕਰੀਏ ਨਹੀਂ ਤੇ ਹੋਰ ਮੈਂ ਤਾਂ ਸਪਸ਼ਟ ਸ਼ਬਦਾਂ 'ਚ ਕਹਿ ਰਿਹਾ ਜੀ ਇੰਨਾ ਕਾਲੇ ਕਾਨੂੰਨਾਂ ਦੇ ਖਿਲਾਫ ਤਾਂ ਮੇਰੇ ਖਿਆਲ ਦੇ ਵਿੱਚ ਸਾਰੇ ਅੱਜ ਕਿਸਾਨ ਜਥੇਬੰਦੀ ਦੇ ਨਾਲ ਖੜੇ ਨੇ। ਸੋ ਸਟ੍ਰੈਟਜੀ ਥੋੜੀ ਬਹੁਤ ਚੇਂਜ ਕਰਨੀ ਲੋੜ। ਕਾਂਗਰਸ ਔਰ ਬੀਜੇਪੀ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਨੇ। 2017 ਦੇ ਵਿੱਚ ਜਿਹੜੇ ਮੁੱਦੇ ਸੀਗੇ ਉਹਨਾਂ ਸਾਰੇ ਮੁੱਦਿਆਂ ਦੇ ਵਿੱਚੋਂ ਕਿਹੜਾ ਮੁੱਦਾ ਹੱਲ ਹੈ ਜਿਹੜਾ ਉਹ ਹੋਇਆ? ਕੋਈ ਨਹੀਂ ਹੋਇਆਗਾ। ਫਿਰ ਮੁੱਦੇ ਸਾਰੇ ਉਹੀ ਨੇ। ਸ਼ਰਮਾ ਤੁਸੀਂ ਦੇਖ ਲਓ ਤੇਜ਼ ਪੰਜਾਬ ਨਿਊਜ਼। ਇਸ ਸਮੇਂ ਜਿਹੜਾ ਸਿਆਸਤ ਦਾ ਮੈਦਾਨ ਆ ਬਹੁਤ ਗਰਮ ਹੈ। ਲੋਕਾਂ ਦੀ ਇੱਕ ਹੀ ਚੀਜ਼ ਦੀ ਫੋਕਸ ਹੈ ਕਿ ਕਿਹਦੀ ਸਰਕਾਰ ਆ ਸਕਦੀ ਹੈ, ਕਿਹਦੀ ਪਾਰਟੀ ਆ ਸਕਦੀ ਹੈ। ਤੇ ਅਨਮੋਲ ਗਗਨ ਮਾਨ ਵਾਲਾ ਜਿਹੜਾ ਮਾਮਲਾ ਹੋਇਆ 2 ਦਿਨ ਪਹਿਲਾਂ ਉਹ ਬਹੁਤ ਨਿੰਦਣਯੋਗ ਘਟਨਾ ਹੈ ਤੇ ਉਹਨਾਂ ਦੀ ਹਾਲਤ ਗੰਭੀਰ ਹੈ। ਜਿੱਥੇ ਕਲਾਕਾਰ ਮਿਲਣ ਆ ਰਹੇ ਨੇ, ਰਾਜਨੀਤੀ ਵੀ ਜਿਹੜੇ ਇਲੈਕਸ਼ਨਸ ਨੇ ਉਹ ਨਜ਼ਦੀਕ ਨੇ 2022 ਦੇ, ਕੀ ਹੋ ਸਕਦਾ, ਕੀ ਫੰਡਾ ਹੋ ਸਕਦਾ? ਇਸ ਖਾਸ ਮੌਕੇ 'ਤੇ ਗੱਲਬਾਤ ਕਰਨ ਲਈ ਆਪ ਪਾਰਟੀ ਦੇ MLA ਅਮਨ ਅਰੋੜਾ ਜੀ ਮੇਰੇ ਨਾਲ ਮੌਜੂਦ ਨੇ। ਉਹਨਾਂ ਦੇ ਇਸ ਬਾਰੇ ਵਿਚਾਰ ਜਾਣਾਂਗੇ ਤੇ ਹੋਰ ਵੀ ਉਹਨਾਂ ਨਾਲ ਸਿਆਸਤ ਨਾਲ ਜੁੜੀਆਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਵੀਰ ਜੀ, ਥੈਂਕ ਯੂ। ਅਮਨ ਜੀ, ਜਿੱਦਾਂ ਇਸ ਸਮੇਂ ਸਿਆਸਤ ਦਾ ਮੈਦਾਨ ਜਿਹੜਾ ਗਰਮ, ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਾਲ 2022 ਦੀ ਚੋਣਾਂ ਨਜ਼ਦੀਕ ਨੇ, ਲੋਕਾਂ ਦੇ ਫੋਕਸ ਇੱਕੋ ਚੀਜ਼ 'ਤੇ ਕਿ ਕਿਹਦੀ ਪਾਰਟੀ ਆ ਸਕਦੀ ਹੈ, ਕਿਹਦੀ ਸਰਕਾਰ ਆ ਸਕਦੀ ਹੈ, ਕੀ ਕਹਿਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਕਿ ਜਦੋਂ ਇਲੈਕਸ਼ਨਾਂ ਨੇੜੇ ਹੁੰਦੀਆਂ ਨੇ ਇਸ ਤਰੀਕੇ ਦੀਆਂ ਗੱਲਾਂ, ਇਸ ਤਰੀਕੇ ਦੀਆਂ ਕਿਆਸ ਰਾਈਆਂ ਔਰ ਇਸ ਤਰੀਕੇ ਦਾ ਮਾਹੌਲ ਹੈ ਜਿਹੜਾ ਉਹ ਭਖਣਾ, ਉਹ ਜਾਇਜ਼ ਗੱਲ ਹੈ, ਉਹ ਨੈਚੁਰਲ ਹੈ। ਇਹਦੇ 'ਚ ਤਾਂ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦਾ ਭਵਿੱਖ ਹੈ ਜਿਹੜਾ ਉਹ ਲਿਖਣਾ ਹੈ। ਇੱਕ ਪਾਸੇ ਤਾਂ ਉਹ 2-3 ਪਾਰਟੀਆਂ ਨੇ ਜਿਹੜੀਆਂ ਪਿਛਲੇ 74-75 ਸਾਲਾਂ ਤੋਂ ਉੱਤਰ ਘਾਟੋਂ ਮੈਂ ਚੜ੍ਹਾਉਣ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੀਆਂ ਨੇ, ਪੰਜਾਬ ਨੂੰ ਬਾਰ-ਬਾਰ ਲੁੱਟ ਰਹੀਆਂ ਨੇ, ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ। ਇੱਕ ਪਾਸੇ ਉਹ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ। ਚਾਹੇ ਪਾਰਟੀ ਨਵੀਂ ਹੈ ਪਰ ਮੈਂ ਸਮਝਦਾ ਕਿ ਪੁਲਾਂਘਾਂ ਨੇ ਜਿਹੜੀਆਂ ਅਚੀਵਮੈਂਟਸ ਨੇ ਉਹ ਵੱਡੀਆਂ ਨੇ। ਸੋ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਕਿਸ ਨੂੰ ਅਰਸ਼ 'ਤੇ ਔਰ ਕਿਸ ਨੂੰ ਫਰਸ਼ 'ਤੇ ਬਿਠਾਉਂਦੇ ਨੇ। ਜਿਹੜਾ ਅਨਮੋਲ ਗਗਨ ਮਾਨ ਦਾ ਦੋ ਦਿਨ ਪਹਿਲਾਂ ਜਿਹੜੀ ਘਟਨਾ ਹੋਈ ਹੈ ਬਹੁਤ ਨਿੰਦਣਯੋਗ ਹੈ ਕਿ ਪਾਣੀ ਦੇ ਬੁਛਾਰਾ ਕੀਤੇ ਗਏ, ਉਹਨਾਂ ਦੀ ਹਾਲਤ ਗੰਭੀਰ ਹੈ, ਉਹ ਐਡਮਿਟ ਨੇ ਫੋਰਟਿਸ ਹਸਪੀਟਲ 'ਚ। ਕਲਾਕਾਰ ਜਿਹੜੇ ਤਮਾਮ ਉਹਨਾਂ ਨੂੰ ਮਿਲਣ ਆ ਰਹੇ ਨੇ, ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਇੱਕ ਲੇਡੀ 'ਤੇ ਇਸ ਤਰ੍ਹਾਂ ਦਾ ਜਿਹੜਾ ਉਹ ਹੈ ਮਿਸਬਿਹੇਵ ਕਰਨਾ ਬਹੁਤ ਗਲਤ ਹੈ? ਨਹੀਂ ਦੇਖੋ, ਮੈਂ ਸਮਝਦਾ ਕਿ ਟੋਟਲੀ ਗਲਤ ਹੈ ਜੀ, ਕਿਉਂਕਿ ਇਹ ਚਾਹੇ ਅਨਮੋਲ ਗਗਨ ਮਾਨ ਨੇ ਜਿਹੜਾ ਇਹ ਪ੍ਰੋਟੈਸਟ ਹੈ ਉਹ ਆਮ ਆਦਮੀ ਪਾਰਟੀ ਦੇ ਲੇਡੀਜ਼ ਵਿੰਗ ਨੇ ਕਿਸ ਲਈ ਕੀਤਾ ਸੀਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਦਾ ਵਰਤਾਰਾ ਖਾਸ ਤੌਰ 'ਤੇ ਕਿਸਾਨਾਂ ਦੇ ਨਾਲ, ਉਹ ਚਾਹੇ ਤਾਂ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੋਟੈਸਟ ਜਿਹਦੇ 'ਚ ਅਨਮੋਲ ਗਗਨ ਮਾਨ ਅਤੇ ਹੋਰ ਬਾਕੀ ਜਿਹੜੀਆਂ ਸਾਡੀਆਂ ਵਰਕਰਸ ਔਰ ਲੇਡੀਜ਼ ਨੇ ਉਹਨਾਂ ਦੇ ਸੱਟਾਂ ਲੱਗੀਆਂ ਨੇ, ਹੌਸਪੀਟਲਾਈਜ਼ ਉਹਨਾਂ ਨੂੰ ਹੋਣਾ ਪਿਆ। ਚਾਹੇ 2 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਮੇਰੇ ਖਿਆਲ ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਸੱਕ ਹੈ ਜਿਹੜਾ ਉਹ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਰਨਾਲ ਦੇ ਵਿੱਚ ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਉੱਪਰ। ਮੈਂ ਸਮਝਦਾ ਕਿ ਅਜਿਹਾ ਤਾਂ ਕਦੇ ਵੀ ਨਹੀਂ ਸੋਚਿਆ ਸੀਗਾ ਕਿ ਇਲੈਕਟਿਡ ਸਰਕਾਰਾਂ ਨੇ ਜਿਹੜੀਆਂ ਮੁਲਕ ਦੀਆਂ ਉਹ ਅਜਿਹਾ ਵਰਤਾਰਾ ਸਿਰਫ ਔਰ ਸਿਰਫ 2 ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਲਈ ਕਰਨਗੀਆਂ। ਸੋ ਮੈਂ ਸਮਝਦਾ ਕਿ ਲੋਕਤੰਤਰ ਦਾ ਕਹਾਣਾ ਹੈ ਜਿਹੜਾ ਉਹ ਹੋ ਰਿਹਾ, ਪਰ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਇਹ ਬੁਲੇਟ ਨਾਲ ਗੱਲਾਂ ਕਰਦੀ ਹੈ ਸਰਕਾਰ ਅਤੇ ਲੋਕਾਂ ਨੇ ਜਦੋਂ ਸਮਾਂ ਆਉਣਾ ਉਹਨਾਂ ਨੇ ਬੈਲਟ ਦੇ ਨਾਲ ਜਵਾਬ ਹੈ ਜਿਹੜਾ ਮੂੰਹ ਤੋੜਵਾਂ ਜਵਾਬ ਹੈ ਜਿਹੜਾ ਉਹ ਦੇ ਹੀ ਦੇਣਾ ਹੈ। ਤੇ ਇਹਦਾ ਸੋਲੂਸ਼ਨ ਇਹ ਹੈ ਕਿ ਲੋਕ ਕਿਸੇ ਦਾ ਪੁਤਲਾ ਜਲਾ ਰਹੇ ਨੇ। ਅੱਜ ਵੀ ਮਨੋਹਰ ਲਾਲ ਖੱਟਰ ਦਾ ਪੁਤਲਾ ਜਲਾ ਚੁੱਕੇ ਨੇ ਬੈਸਟਕ ਮਾਲ ਤੇ ਮੋਹਾਲੀ ਵਿੱਚ। ਸੋਲੂਸ਼ਨ ਪੁਤਲਾ ਜਲਾਣਾ ਹੈ, ਇਸ ਤਰ੍ਹਾਂ ਹੀ ਪ੍ਰੋਟੈਸਟ ਕਰਦੇ ਰਹਿਣਗੇ। ਕੱਲ੍ਹ ਵੀ ਕਿਸਾਨਾਂ ਦੀ ਝੜਪ ਪੁਲਿਸ ਨਾਲ ਹੋ ਚੁੱਕੀ ਹੈ ਇਸੇ ਮੁੱਦੇ ਨੂੰ ਲੈ ਕੇ ਕਿ ਇਸ ਦਾ ਜਿਹੜਾ ਹੱਲ ਹੈ ਉਹ ਇਹੀ ਹੈ, ਪੁਤਲੇ ਜਲਾਓ ਜਾਂ ਪ੍ਰੋਟੈਸਟ ਕਰੋ। ਇੱਥੇ ਤੱਕ ਹੀ ਸੀਮਤ ਹੈ ਜਾਂ ਇਸ ਦਾ ਕੋਈ ਜਿਹੜਾ ਤੋੜ ਹੈ ਉਹ ਵੀ ਹੁੰਦਾ ਨਜ਼ਰ ਆਉਂਦਾ ਕਿਤੇ ਨਾ ਕਿਤੇ? ਨਹੀਂ ਬਿੰਨੂ ਜੀ, ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਜਿੰਨੀ ਸਰਕਾਰ ਜ਼ਰੂਰੀ ਹੁੰਦੀ ਹੈ ਉਸ ਤੋਂ ਵੱਧ ਓਪੋਜੀਸ਼ਨ ਜ਼ਰੂਰੀ ਹੁੰਦੀ ਹੈ ਅਤੇ ਉਸ ਤੋਂ ਵੱਧ ਲੋਕ ਜ਼ਰੂਰੀ ਹੁੰਦੇ ਨੇ, ਕਿਉਂਕਿ ਡੈਮੋਕ੍ਰੇਸੀ ਦੀ ਜਿਹੜੀ ਨਿਉ ਜੜ ਹੈਗੀ ਉਹ ਲੋਕ ਹੀ ਨੇ। ਸੋ ਇਸ ਕਰਕੇ ਇਹ ਹਾਲਾਤ ਨੇ ਉਦੋਂ ਬਣਦੇ ਹੁੰਦੇ ਨੇ। ਇਹ ਕੋਈ ਮਜਬੂਰੀ ਬਸ ਨਾ ਤਾਂ ਕੋਈ ਵਿਛਾੜਾ ਖਾਣ ਜਾਂਦਾ ਹੈ, ਨਾ ਕੋਈ ਪੁਲਿਸ ਦੀਆਂ ਡਾਂਗਾਂ 'ਤੇ ਗੋਲੀਆਂ ਖਾਣ ਜਾਂਦਾ ਹੈ। ਇਹ ਤਾਂ ਜਦੋਂ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਹੱਕ ਹਕੂਕ ਨੇ ਜਿਹੜੇ ਉਹਨਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਸਰਕਾਰਾਂ ਵੱਲੋਂ, ਅਤੇ ਉਦੋਂ ਉਹਨਾਂ ਨੂੰ ਮਜਬੂਰਨ ਆਪਦੇ ਘਰ-ਬਾਰ ਕੰਮਕਾਰ ਛੱਡ ਕੇ ਸੜਕਾਂ ਦੇ ਉੱਪਰ ਜਿਹੜਾ ਉਹ ਨਿਕਲਣਾ ਪੈਂਦਾ ਹੈ। ਹੁਣ ਸਵਾਲ ਇਹ ਹੈ ਕਿ ਚਾਹੇ ਪੁਤਲਾ ਫੂਕਣ ਦੀ ਗੱਲ ਹੈ, ਚਾਹੇ ਪ੍ਰੋਟੈਸਟਰਸ ਦੇ ਉੱਪਰ ਪਾਣੀ ਦੇ ਵਿਛਾਣਾ ਮਾਰਨ ਦੀ ਗੱਲ ਹੈ, ਚਾਹੇ ਡਾਂਗਾਂ 'ਤੇ ਗੋਲੀਆਂ ਚਲਾਉਣ ਦੀ ਗੱਲ ਹੈ, ਇਹ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਕੌਣ ਹੈ? ਇਹ ਹਾਲਾਤ ਪੈਦਾ ਕਰਨ ਦੇ ਲਈ ਸਰਕਾਰ ਜ਼ਿੰਮੇਵਾਰ ਹੁੰਦੀ ਹੈ। ਅਤੇ ਜਿਸ ਤਰੀਕੇ ਦੇ ਨਾਲ ਇਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਪਿਛਲੇ ਸਾਲ ਤੋਂ ਪ੍ਰੋਟੈਸਟ ਨੇ ਜਿਹੜੇ ਉਹ ਚੱਲ ਰਹੇ ਨੇ, ਪਰ ਸਰਕਾਰ ਦੇ ਬੀਜੇਪੀ ਦੇ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂੰ ਨਹੀਂ ਸਰਕ ਰਹੀ ਹੈਗੀ। ਮੈਂ ਨਹੀਂ ਦੇਖਿਆ ਹੈਗਾ ਕਿ ਰੀਸੈਂਟ ਟਾਈਮਸ ਦੇ ਵਿੱਚ 50 60 70 ਸਾਲਾਂ ਦੇ ਵਿੱਚ ਕੋਈ ਵੀ ਸਰਕਾਰ ਇੰਨੀ ਇਨਸੈਂਸਿਟਿਵ, ਇੰਨੀ ਇਨਹਿਊਮਨ ਹੋਵੇ ਕਿ ਲੋਕਾਂ ਦੀ ਸੁਣਵਾਈ ਹੀ ਨਾ ਹੋਵੇ। ਕਿ 9 ਮਹੀਨੇ ਹੋ ਗਏ ਨੇ ਅੱਜ
ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠਿਆਂ ਨੂੰ ਹਜ਼ਾਰਾਂ ਸਾਡੇ ਮਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਡੇ ਭੈਣਾਂ ਨੂੰ, ਉਸ ਤੋਂ ਪਹਿਲਾਂ ਤਕਰੀਬਨ 4-5 ਮਹੀਨੇ ਉਹ ਪ੍ਰੋਟੈਸਟ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਚੱਲਦੇ ਰਹੇ। ਜਦੋਂ ਦੇਸ਼ ਗੁਲਾਮ ਸੀ ਉਦੋਂ ਇਸੇ ਤਰੀਕੇ ਨਾਲ 3 ਕਾਲੇ ਕਾਨੂੰਨ ਨੇ ਜਿਹੜੇ ਕਿਸਾਨੀ ਦੇ ਸੰਬੰਧੀ ਉਹ ਅੰਗਰੇਜ਼ਾਂ ਨੇ ਬਣਾਏ ਸੀਗੇ, ਅਤੇ ਉਦੋਂ ਇੱਕ ਮੁਹਿੰਮ ਚੱਲੀ ਸੀਗੀ ਪਗੜੀ ਸੰਭਾਲ ਜੱਟਾ। ਉਹ ਮੁਹਿੰਮ ਹੈ ਜਿਹੜੀ ਉਹ ਸੰਘਰਸ਼ 9 ਮਹੀਨੇ ਚੱਲਿਆ ਸੀਗਾ ਅਤੇ ਹੁਣ ਤੱਕ ਦਾ ਦੁਨੀਆ ਤੋਂ ਸਭ ਤੋਂ ਲੰਮਾ ਚੱਲਿਆ ਹੋਇਆ ਸੰਘਰਸ਼ ਸੀਗਾ। ਅਤੇ ਹੁਣ ਇਸ ਸੰਘਰਸ਼ ਜਿਹੜਾ ਕਿ ਹੁਣ ਦੇ ਕਾਲੇ ਅੰਗਰੇਜ਼ਾਂ ਦੀਆਂ ਸਰਕਾਰਾਂ ਦੇ ਵਿੱਚ ਚੱਲ ਰਿਹਾ ਹੈ, ਉਹਨੂੰ ਵੀ ਚੱਲਦੇ ਹੋਏ ਦਿੱਲੀ ਦੀਆਂ ਬਰੂਹਾਂ ਦੇ ਉੱਪਰ 9 ਮਹੀਨੇ ਤੋਂ ਉੱਪਰ ਹੋ ਗਏ, ਅਤੇ ਜੇ ਪੰਜਾਬ ਵਾਲੇ 4-5 ਮਹੀਨੇ ਵਿੱਚ ਚੱਲਾ ਲਈ ਤਾਂ ਸਾਲ ਤੋਂ ਉੱਪਰ ਜਿਹੜਾ ਉਹ ਟੱਪ ਚੁੱਕਿਆ। ਸੋ ਇਹਦਾ ਮਤਲਬ ਇਹ ਹੋਇਆ ਕਿ ਅੱਜ ਦੀਆਂ ਸਰਕਾਰਾਂ ਨਾਲੋਂ ਅੰਗਰੇਜ਼ਾਂ ਦੀਆਂ ਸਰਕਾਰਾਂ ਸ਼ਾਇਦ ਬਿਹਤਰ ਸੀਗੀਆਂ, ਜਿਹੜੀਆਂ ਮਾੜਾ ਮੋਟਾ ਤਾਂ ਸੁਣਦੀਆਂ ਸੀਗੀਆਂ, ਥੋੜ੍ਹਾ ਬਹੁਤਾ ਸੁਣਦੀਆਂ ਸੀਗੀਆਂ। ਅੱਜ ਵਾਲੇ ਤਾਂ ਸੁਣ ਕੇ ਰਾਜੀ ਨਹੀਂ ਹੈਗੇ। ਜੇ ਕੋਈ ਗੱਲ ਕਰਦਾ ਤਾਂ ਉਹਨੂੰ ਐਂਟੀ ਨੈਸ਼ਨਲ, ਉਹਨੂੰ ਅੱਤਵਾਦੀ, ਉਹਨੂੰ ਵੱਖਵਾਦੀ, ਅਤੇ ਉਹਨੂੰ ਹੋਰ ਪਤਾ ਨਹੀਂ ਕਿਹੜੇ ਕਿਹੜੇ ਰੰਗਾਂ 'ਚ ਰੰਗ ਦਿੱਤਾ ਜਾਂਦਾ ਅਤੇ ਤਰੀਕਾ ਇੱਕੋ ਅਪਣਾਇਆ ਜਾਂਦਾ, ਡਾਂਗ ਔਰ ਗੋਲੀ। ਇਹ ਤਰੀਕਾ ਨਹੀਂ ਹੈ ਡੈਮੋਕ੍ਰੇਸੀ। ਐਂਡ ਡੈਮੋਕ੍ਰੇਸੀਆਂ ਮਜ਼ਬੂਤ ਨਹੀਂ ਅੰਗਰੇਜ਼ਾਂ ਤੋਂ ਵੀ ਬੱਤਰ ਨੇ ਜੇ ਗੱਲ ਕਰੀਏ ਤਾਂ। ਨਹੀਂ, ਅਤੇ ਹੋਰ ਮੈਂ ਤਾਂ ਸਪਸ਼ਟ ਸ਼ਬਦਾਂ 'ਚ ਕਹਿ ਰਿਹਾ ਜੀ, ਤੁਸੀਂ ਲੋਕਾਂ ਦਾ ਸੁਲਝੇ, ਜਿਨ੍ਹਾਂ ਨੂੰ ਸਾਰੀ ਉਮਰ ਦਾ ਤਜਰਬਾ ਹੈ, ਉਹ ਲੋਕ ਨੇ, ਉਹ ਲੀਡਰ ਨੇ, ਚਾਹੇ ਸਰ ਜੋਗਿੰਦਰ ਸਿੰਘ ਹੋਰਾਂ ਹੁਣੀ ਹੋ ਗਏ, ਚਾਹੇ ਰਾਜੇਵਾਲ ਸਾਹਿਬ ਹੁਣੀ ਹੋ ਗਏ, ਡਾਕਟਰ ਦਰਸ਼ਨਪਾਲ ਜੀ ਹੁਣੀ ਹੋ ਗਏ, ਬੜੇ ਸਿਆਣੇ ਸੁਲਝੇ ਲੀਡਰ ਨੇ ਜਿਹੜੇ ਉਹ ਚਲਾ ਰਹੇ ਨੇ। ਪਰ ਕਿਤੇ ਨਾ ਕਿਤੇ ਆਈ ਥਿੰਕ ਸਟ੍ਰੈਟਜੀ ਥੋੜ੍ਹੀ ਬਹੁਤ ਚੇਂਜ ਕਰਨ ਦੀ ਜਿਹੜੀ ਹੈ ਉਹ ਲੋੜ ਪੈਣੀ ਹੈ। 7-8 ਮਹੀਨੇ, 10 ਮਹੀਨੇ, ਸਾਲ ਭਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦੂਰ ਰੱਖ ਲਿਆ, ਹੱਲ ਹੈ ਜਿਹੜਾ ਕੋਈ ਨਿਕਲਿਆ ਨਹੀਂ ਹੈਗਾ। ਜਦਕਿ ਪੋਲੀਟੀਕਲ ਪਾਰਟੀਆਂ, ਮੈਂ ਨਹੀਂ ਕਹਿੰਦਾ ਇਕੱਲੀ ਮੇਰੀ ਪਾਰਟੀ, ਸਾਰੀਆਂ ਪਾਰਟੀਆਂ, ਹੋ ਸਕਦਾ ਕਿਸੇ ਦਾ ਨੈਗੇਟਿਵ ਬੈਗੇਜ ਹੈ ਜਿਹੜਾ ਉਹ ਕਿਸੇ ਦਾ ਘੱਟ ਹੋਊਗਾ, ਕਿਸੇ ਦਾ ਵੱਧ ਹੋਊਗਾ, ਕਿਸੇ ਨੇ ਕੋਈ ਚੰਗਾ ਕੀਤਾ ਹੋਊ, ਕਿਸੇ ਨੇ ਕੋਈ ਮਾੜਾ ਕੀਤਾ ਹੋਊ, ਪਰ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਤਾਂ ਮੇਰੇ ਖਿਆਲ ਦੇ ਵਿੱਚ ਸਾਰੇ ਅੱਜ ਕਿਸਾਨ ਜਥੇਬੰਦੀ ਦੇ ਨਾਲ ਖੜੇ ਨੇ। ਸੋ ਸਟ੍ਰੈਟਜੀ ਥੋੜ੍ਹੀ ਬਹੁਤ ਚੇਂਜ ਕਰਨ ਦੀ ਲੋੜ ਹੈ। ਸਰਕਾਰਾਂ ਇੱਕ ਦੂਸਰੇ ਨੂੰ ਬੈਸਟ ਸਾਬਤ ਕਰਨ 'ਚ ਲੱਗੀ ਹੋਣੀ। ਜਿੱਥੇ ਅਕਾਲੀ ਸਰਕਾਰ ਕਰੇਗੀ ਸਾਡਾ ਬਾਦਲ ਪਰਿਵਾਰ ਆ, ਅਕਾਲੀ ਪਰਿਵਾਰ ਹੈ, ਅੱਗੇ ਵਧੇਗਾ, ਇੰਜੀ ਵਧੀਆ ਕੰਮ ਕਰਦਾ ਦੇਸ਼ ਵਾਸਤੇ, ਸਮਾਜ ਵਾਸਤੇ, ਉੱਥੇ ਦੂਸਰੇ ਪਾਸੇ ਖੱਟਰ ਸਰਕਾਰ ਦੀਪਿੰਦਰ ਹੁੱਡਾ ਇਹ ਕਹਿੰਦੇ ਨਜ਼ਰ ਆ ਰਹੇ ਕਿ ਹਰਿਆਣਾ ਸਰਕਾਰ ਨੇ ਜੋ ਕੁਝ ਕੀਤਾ ਉਹ ਦੇਸ਼ ਵਾਸਤੇ ਕੀਤਾ, ਹਰਿਆਣਾ ਸਰਕਾਰ ਹੀ ਬੈਸਟ ਹੈ। ਇਹਦੇ ਬਾਰੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਇਹ ਦੀਪਿੰਦਰ ਹੁੱਡਾ ਨੇ ਕਿਹਾ, ਦੀਪਿੰਦਰ ਹੁੱਡਾ ਨੇ ਇਹਨਾਂ ਦੇ ਹੱਕ ਦੇ ਵਿੱਚ ਕਿਹਾ, ਬੀਜੇਪੀ ਸਰਕਾਰ ਦੇ ਆਪਣੇ ਕਿਹਾ ਕਿ ਹਰਿਆਣਾ ਸਰਕਾਰ ਬੈਸਟ ਸਰਕਾਰ ਹੈ, ਜੋ ਕੁਝ ਕਰਦੀ ਆਈ ਹੈ ਹੁਣ ਤੱਕ ਦੇਸ਼ ਵਾਸਤੇ ਉਹ ਚੰਗਾ ਹੀ ਕਰਦੀ ਹੈ, ਭਲਾਈ ਦਾ ਕੰਮ ਹੀ ਕਰਦੀ ਆਈ ਹੈ। ਨਹੀਂ, ਮੈਨੂੰ ਦੇਖੋ ਇਹ ਸੁਣ ਕੇ ਹੈਰਾਨੀ ਹੋ ਰਹੀ ਹੈ, ਕਿਉਂਕਿ ਮੈਂ ਇਹ ਬਿਆਨ ਨਹੀਂ ਸੁਣਿਆ ਹੈਗਾ, ਤੁਹਾਡੇ ਤੋਂ ਮੈਨੂੰ ਪਤਾ ਲੱਗ ਰਿਹਾ। ਦੀਪਿੰਦਰ ਹੁੱਡਾ ਨੇ ਜਿਹੜੇ ਉਹ ਭੁਪਿੰਦਰ ਸਿੰਘ ਹੁੱਡਾ ਜੀ ਦੇ ਬੇਟੇ ਨੇ, ਅਤੇ ਜੇ ਉਹ ਇਹ ਗੱਲ ਕਹਿ ਰਹੇ ਨੇ ਅਤੇ ਫਿਰ ਤਾਂ ਮੇਰੇ ਖਿਆਲ ਦੇ ਵਿੱਚ ਕਾਂਗਰਸ ਔਰ ਬੀਜੇਪੀ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ। ਇਹ ਤਾਂ ਅਸੀਂ ਤਾਂ ਕਹਿੰਦੀ ਆ ਰਹੇ ਹਾਂ ਲੰਮੇ ਸਮੇਂ ਤੋਂ। ਪੰਜਾਬ ਦੇ ਵਿੱਚ ਤਾਂ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਇੱਕੋ ਥਾਲੀ ਦੇ ਚੱਟੇ ਵੱਟੇ ਨੇ, ਇਹ ਤਾਂ ਅਸੀਂ ਕਹਿੰਦੀ ਆ ਰਹੇ ਹਾਂ। ਪਰ ਜੇ ਹਰਿਆਣੇ ਦੇ ਵਿੱਚ ਵੀ ਦੀਪਿੰਦਰ ਹੁੱਡਾ ਨੇ, ਜੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਮੈਂ ਖੁਦ ਆਪ ਨਹੀਂ ਸੁਣਿਆ ਹੈਗਾ, ਜੇ ਉਹਨਾਂ ਨੇ ਗੱਲ ਕਹੀ ਹੈ ਅਤੇ ਫਿਰ ਤਾਂ ਗੱਲ ਸਪਸ਼ਟ ਹੀ ਹੈ ਕਿ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ। ਦੇ ਆਰ 2 ਸਾਈਡਸ ਆਫ ਦਾ ਸੇਮ ਕੋਇਨ। ਹੁਣ ਤੁਸੀਂ ਆਖਰੀ ਸਵਾਲ ਹੈ, ਸਾਲ 2022 'ਚ ਕਿਹੜੀ ਚੀਜ਼ਾਂ 'ਤੇ ਵਰਕਆਊਟ ਕਰ ਰਹੇ ਹੋ, ਪਲਾਨ ਆਊਟ ਚੱਲ ਰਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਜਿਹੜੀ ਸੁਲਝਾਈ ਜਾਣ? ਕਿਉਂਕਿ ਬੇਰੁਜ਼ਗਾਰੀ ਨਾਲ ਤਾਂ ਲੋਕ ਲੜੀ ਰਹੇ ਨੇ, ਮਹਿੰਗਾਈ ਵੱਧ ਗਈ ਹੈ, ਕਰੋਨਾ ਮਹਾਮਾਰੀ ਚੱਲ ਰਹੀ ਹੈ, ਬਹੁਤ ਸਾਰੇ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਸਰਕਾਰ ਨੂੰ ਸੁਲਝਾਉਣ ਦੀ ਲੋੜ ਹੈ, ਪਰ ਸਰਕਾਰ ਕੁਝ ਕਰ ਨਹੀਂ ਰਹੀ, ਹੱਥ 'ਤੇ ਹੱਥ ਧਰ ਕੇ ਬੈਠੀ ਹੋਈ ਹੈ। ਬਿਨੂ ਜੀ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ 2017 ਦੇ ਵਿੱਚ ਜਿਹੜੇ ਮੁੱਦੇ ਸੀਗੇ, ਉਹਨਾਂ ਸਾਰੇ ਮੁੱਦਿਆਂ ਦੇ ਵਿੱਚੋਂ ਕਿਹੜਾ ਮੁੱਦਾ ਹੱਲ ਹੈ ਜਿਹੜਾ ਉਹ ਹੋਇਆ ਹੈ? ਕੋਈ ਨਹੀਂ ਹੋਇਆ ਹੈਗਾ। ਫਿਰ ਮੁੱਦੇ ਸਾਰੇ ਉਹੀ ਨੇ, ਬਲਕਿ ਉਹ ਮੁੱਦੇ ਨੇ ਜਿਹੜੇ ਉਹ ਹੋਰ ਵਿਕਰਾਲ ਰੂਪ ਹੈ ਜਿਹੜਾ ਉਹ ਧਾਰਨ ਕਰ ਚੁੱਕੇ, ਉਹ ਹੋਰ ਜ਼ਿਆਦਾ ਕੰਪਲੀਕੇਟ ਹੋ ਚੁੱਕੇ। ਉਹਨਾਂ ਨੂੰ ਸੁਲਝਾਉਣ ਦੀ ਉਨੀ ਹੀ ਵੱਡੇ ਪੱਧਰ ਦੇ ਉੱਪਰ ਜ਼ਰੂਰਤ ਹੈ। ਅੱਜ ਕਿਸਾਨੀ ਘਾਟੇ ਦਾ ਸੌਦਾ ਬਣ ਚੁੱਕੀ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਅੱਜ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਦੀ ਬਜਾਏ ਨਸ਼ੇ ਦੀਆਂ ਪੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਹੋਮ ਡਿਲੀਵਰ ਹੋ ਜਾਂਦੀਆਂ ਨੇ। ਅੱਜ ਇਕੋਨਮੀ ਹੈ ਜਿਹੜੀ ਉਹ 3 ਲੱਖ ਕਰੋੜ ਦੀ ਕਰਜ਼ਈ ਹੋ ਚੁੱਕੀ ਹੈ। ਦਾ ਪੋਲੀਟੀਕਲ ਲੀਡਰਸ਼ਿਪ ਦਾ ਵਿਚਾਰਕ ਮਤਭੇਦ ਹੈ ਜਿਹੜਾ ਹੋ ਸਕਦਾ ਅਤੇ ਹੋਣਾ ਚਾਹੀਦਾ, ਕਿਉਂਕਿ ਜੇ ਵਿਚਾਰਕ ਮਤਭੇਦ ਹੋਊਗਾ ਤਾਂ ਹੀ ਡਿਸਕਸ਼ਨਾਂ ਹੋਣਗੀਆਂ, ਤਾਂ ਹੀ ਡਿਬੇਟਸ ਹੋਣਗੇ, ਤਾਂ ਹੀ ਡੈਲੀਬਰੇਸ਼ਨਸ ਹੋਣਗੀਆਂ, ਅਤੇ ਉਹਦੇ ਵਿੱਚੋਂ ਕੋਈ ਚੀਜ਼ ਚੰਗੀ ਨਿਕਲ ਕੇ ਆਊਗੀ। ਇਹ ਤਾਂ ਇਹ ਕਹਿੰਦੇ ਨੇ ਕਿ ਜੋ ਅਸੀਂ ਕਰਤਾ ਉਹ ਸਹੀ ਹੈ, ਅਤੇ ਜਾਂ ਤਾਂ ਤੁਸੀਂ ਮੰਨ ਲਓ ਮਾਈ ਵੇ ਜਾਂ ਹਾਈਵੇ। ਕਾਹਦੇ ਵਾਸਤੇ ਜੀ? ਤੁਸੀਂ ਸੰਵਿਧਾਨ ਦੇ ਵਿੱਚ, ਸੰਵਿਧਾਨ ਜਦੋਂ ਲਿਖਿਆ ਗਿਆ ਉਹਦੇ ਪਹਿਲੇ ਪੰਨੇ ਦੇ ਉੱਪਰ ਲਿਖਿਆ ਹੈ ਫॉर द ਪੀਪਲ, ਆਫ ਦ ਪੀਪਲ, ਬਾਏ ਦ ਪੀਪਲ। ਯਾਨੀ ਕਿ ਜਿਹੜਾ ਸੰਵਿਧਾਨ ਹੈ ਉਹ ਲੋਕਾਂ ਦਾ ਹੈ, ਲੋਕਾਂ ਲਈ ਹੈ ਅਤੇ ਲੋਕਾਂ ਵੱਲੋਂ ਹੈ। ਹੁਣ ਲੋਕਾਂ ਨੂੰ ਹੀ ਦਰਕਿਨਾਰ ਕਰਕੇ ਜ਼ੁਲਮ ਉਹਨਾਂ 'ਤੇ ਕੀਤਾ ਜਾਂਦਾ ਹੈ, ਅਤੇ ਫਿਰ ਕਾਹਦੀ ਡੈਮੋਕ੍ਰੇਸੀ ਰਹੇਗੀ ਜੀ?
ਤੁਹਾਨੂੰ ਲੱਗਦਾ ਅਮਨ ਜੀ ਕਿਸਾਨਾਂ ਨੂੰ ਇਨਸਾਫ ਮਿਲਦਾ ਨਜ਼ਰ ਆਉਂਦਾ ਕਿਤੇ ਨਾ ਕਿਤੇ, ਜਾਂ ਇੰਝ ਹੀ ਲੜਾਈ ਲੰਬੀ ਰਹੇਗੀ? ਕਿਉਂਕਿ ਬਹੁਤ ਹੋ ਗਿਆ, ਇਹ ਬਹੁਤ ਚਿਰ ਤੋਂ ਲੰਬੀ ਲੜਾਈ ਹੋ ਰਹੀ ਹੈ। ਉਹ ਜਗ੍ਹਾ ਜਗ੍ਹਾ ਪ੍ਰੋਟੈਸਟ ਕਰ ਰਹੇ ਨੇ, ਜਗ੍ਹਾ ਜਗ੍ਹਾ ਭਾਸ਼ਣ ਦੇ ਰਹੇ ਨੇ, ਸਰਕਾਰ ਦੇ 100 ਚੋਂ 1% ਵੀ ਜਿਹੜਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਖੋ, ਇਸ ਤਰ੍ਹਾਂ ਕਿ ਮੈਂ ਦਿਲੋਂ ਚਾਹੁੰਦਾ ਕਿ ਮੈਂ ਜੋ ਕਹਿਣ ਜਾ ਰਿਹਾ ਉਹ ਗਲਤ ਸਾਬਤ ਹੋਵੇ, ਉਹ ਨਾ ਹੋਵੇ, ਮੇਰੀ ਗੱਲ ਗਲਤ ਔਰ ਝੂਠੀ ਨਿਕਲ ਜੇ। ਪਰ ਮੈਨੂੰ ਲੱਗਦਾ ਨਹੀਂ ਕਿ ਜੇ ਹੁਣ ਤੱਕ ਕਰਨਾ ਹੁੰਦਾ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਹੁਣ ਤੱਕ ਕਰ ਲਿਆ ਹੁੰਦਾ। ਅੱਜ ਆਲਰੇਡੀ ਸਾਲ ਦੇ ਕਰੀਬ ਜਿਹੜਾ ਉਹ ਹੋ ਚੁੱਕਿਆ। ਹੁਣ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਲੱਗਦਾ ਕਿ ਚੱਲ ਕੋਈ ਨਹੀਂ, ਬੈਠੇ ਰਹਿਣ ਦੇ, ਕੀ ਫਰਕ ਪੈਂਦਾ, ਇਕੱਲਾ ਪੰਜਾਬ ਹੀ ਹੈ, ਪੰਜਾਬ ਔਰ ਹਰਿਆਣਾ ਹੀ ਹੈ। ਮੋਦੀ ਸਰਕਾਰ ਨੂੰ ਸਿਰਫ ਔਰ ਸਿਰਫ ਜਿਹੜੀ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ ਜਾਂ ਸਰਕਾਰਾਂ ਹੁੰਦੀਆਂ ਨੇ, ਲੀਡਰ ਹੁੰਦੇ ਨੇ, ਉਹਨਾਂ ਨੂੰ ਸਿਰਫ ਇੱਕ ਚੀਜ਼ ਦਿਖਦੀ ਹੁੰਦੀ ਤੇ ਕਿ ਸਾਡਾ ਕਿਤੇ ਪੋਲੀਟੀਕਲ ਨੁਕਸਾਨ ਤਾਂ ਨਹੀਂ ਹੋ ਰਿਹਾ। ਅੱਜ ਜਿਸ ਤਰੀਕੇ ਦੇ ਹਾਲਾਤ ਬਣੇ ਪਏ ਨੇ, ਸ਼ਾਇਦ ਉਹਨਾਂ ਕੋਲ ਇਨਫੋਰਮੇਸ਼ਨਾਂ ਨੇ ਜਿਹੜੀਆਂ ਇਸ ਤਰੀਕੇ ਦੀਆਂ ਜਾ ਰਹੀਆਂ ਹੁਣ ਕਿ ਤੁਹਾਡਾ ਪੋਲੀਟੀਕਲ ਨੁਕਸਾਨ ਕੋਈ ਨਹੀਂ ਹੋ ਰਿਹਾ, ਜਿਹਦੀ ਵਜ੍ਹਾ ਕਰਕੇ ਉਹਨਾਂ ਦੇ ਕੰਨਾਂ ਦੇ ਉੱਪਰ ਜੂੰ ਨਹੀਂ ਸਰਕ ਰਹੀ ਹੈਗੀ। ਪੰਜਾਬ ਦੇ ਵਿੱਚ ਪਹਿਲੀ ਸਟੇਕ ਉਹਨਾਂ ਦੇ ਕੋਈ ਹੈ ਨਹੀਂ ਕਿ 2 MLA ਨੇ, 2 MP ਨੇ। ਸ਼ਾਇਦ ਉਹ ਇਹੀ ਸੋਚਦੇ ਹੋਣ ਵੀ ਚੱਲ ਕੋਈ ਗੱਲ ਨਹੀਂ, 2 ਵੀ ਜੇ ਗਾਹਾਂ ਨੂੰ ਨਹੀਂ ਆਉਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹਦੇ ਵਿੱਚ ਮੈਂ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਨੇ, ਜਿਹੜੇ ਕਿਸਾਨ ਵੀਰ ਨੇ, ਉਹਨਾਂ ਨੂੰ ਵੀ ਆਪਦੀ ਥੋੜ੍ਹੀ ਜਿਹੀ ਸਟ੍ਰੈਟਜੀ ਹੈ ਉਹ ਚੇਂਜ ਕਰਨੀ ਚਾਹੀਦੀ ਹੈ। ਕਿਉਂਕਿ ਹੁਣ ਜੋ ਮੇਰੇ ਕੋਲ ਜਿੰਨੀ ਕੁ ਇਨਫੋਰਮੇਸ਼ਨ ਹੈ, ਮੋਦੀ ਸਰਕਾਰ, ਕੇਂਦਰ ਵਾਲੇ ਤਾਂ ਇਸ ਗੱਲ ਕਰਕੇ ਵੀ ਠੀਕ ਹੈ, ਉਹ ਕਿਸਾਨ ਨੇ ਜਿਹੜੇ ਜਥੇਬੰਦੀਆਂ ਨੇ ਜਿਹੜੀਆਂ, ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇੱਕ ਰਸੇ ਲਪੇਟ ਰੱਖਿਆ ਪਿੰਡਾਂ ਦੇ ਵਿੱਚ। ਜਾਂ ਵੈਸੇ ਉੱਥੇ ਕਾਂਗਰਸ ਦਾ ਵੀ ਵਿਰੋਧ, BJP ਦਾ ਤਾਂ ਹੋਣਾ ਹੀ ਹੋਣਾ, ਕਾਂਗਰਸੀਆਂ ਦਾ ਵੀ ਹੋਈ ਜਾਂਦਾ, ਸਾਡੇ ਵਾਲਿਆਂ ਦਾ ਵੀ ਹੋਈ ਜਾਂਦਾ, ਉੱਥੇ ਅਕਾਲੀਆਂ ਦਾ ਵੀ ਹੋਈ ਜਾਂਦਾ। ਉਹਨਾਂ ਨੇ ਸਾਰਿਆਂ ਨੂੰ ਇੱਕ ਰੱਸੇ 'ਚ ਲਪੇਟ ਰੱਖਿਆ। ਸੋ ਇਸ ਕਰਕੇ BJP ਨੂੰ ਮੈਨੂੰ ਲੱਗਦਾ ਵੀ ਕੋਈ ਗੱਲ ਨਹੀਂ, ਜਿੱਥੇ ਸਾਡਾ ਵਿਰੋਧ ਹੋਈ ਜਾਂਦਾ ਉੱਥੇ ਬਾਕੀਆਂ ਦਾ ਵੀ ਹੋਈ ਜਾਂਦਾ, ਪੋਲੀਟੀਕਲ ਨੁਕਸਾਨ ਤਾਂ ਕੋਈ ਹੈ ਨਹੀਂਗਾ, ਚੱਲ ਕੋਈ ਨਹੀਂ, ਚੱਲਦਾ ਚੱਲੀ ਜਾਣ ਤੋਂ, ਬੈਠੇ ਰਹਿਣਾ। ਸੋ ਮੇਰੇ ਖਿਆਲ ਦੇ ਵਿੱਚ ਵੈਸੇ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਨੇ, ਜਿਹੜਾ ਇਹ ਘੋਲ ਚੱਲ ਰਿਹਾ ਹੈ, ਇਹ ਕਰੋੜ ਦੀ ਕਰਜ਼ਈ ਹੋ ਚੁੱਕੀ ਹੈ। ਅੱਜ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਸੇ ਤਰੀਕੇ ਨਾਲ ਖੁੱਲ੍ਹੇਆਮ ਘੁੰਮ ਰਹੇ ਨੇ। ਹੈਲਥ ਔਰ ਐਜੂਕੇਸ਼ਨ ਸਿਸਟਮ ਹੈ ਜਿਹੜਾ, ਉਹ ਟੋਟਲੀ ਕਲੈਪਸ ਹੋ ਚੁੱਕੇ। ਸੋ ਇਸ਼ੂਜ਼ ਤਾਂ ਸਾਰੇ ਦੇ ਸਾਰੇ ਉਹੀ ਨੇ, ਅਤੇ ਉਹਨਾਂ ਨੂੰ ਸਰ ਕਰਨ ਦੀ, ਉਹਨਾਂ ਨੂੰ ਪੂਰਾ ਕਰਨ ਦੀ, ਉਹਨਾਂ ਇਸ਼ੂਜ਼ ਨੂੰ ਦੂਰ ਕਰਨ ਦੀ, ਉਹਨਾਂ ਮਸਲੇ ਨੂੰ ਹੱਲ ਕਰਨ ਦੀ ਜਿਹੜਾ ਚੈਲੰਜ ਹੈ, ਉਹ ਮੈਂ ਸਮਝਦਾ ਕਿ ਸਾਡੇ ਲਈ ਹੋਰ ਵੱਡਾ ਜਿਹੜਾ ਉਹ ਹੋ ਗਿਆ। ਪਰ ਕੋਈ ਗੱਲ ਨਹੀਂ, ਜਿਵੇਂ ਕਿਹਾ ਜਾਂਦਾ ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਹਾਂ ਚਾਹ ਵਹਾਂ ਰਾਹ। ਸਾਡੀ ਨੀਅਤ ਔਰ ਨੀਤੀ ਸਾਫ਼ ਹੈ, ਸਾਡੀ ਰਿਜ਼ੋਲਵ, ਸਾਡਾ ਫੈਸਲਾ ਹੈ, ਸਾਡਾ ਜਿਹੜਾ ਤਹੱਈਆ ਹੈ ਉਹ ਪੂਰਾ ਮਜ਼ਬੂਤ ਹੈ। ਜੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਾਡੀ ਸਰਕਾਰ ਬਣਾਈ ਤੇ ਇਹ ਮਸਲੇ ਸਾਰੇ ਦੇ ਸਾਰੇ ਹੱਲ ਕਰਕੇ ਦਿਖਾਵਾਂਗੇ। ਤਾਂ ਤੁਸੀਂ ਦੇਖਿਆ ਸੀ ਕਿ ਮੈਨੂੰ MLA ਅਮਨ ਅਰੋੜਾ ਜੀ, ਜਿਨ੍ਹਾਂ ਨੇ ਹਰ ਮੁੱਦੇ ਦੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਤੇ ਅਨਮੋਲ ਗਗਨ ਵਾਲੀ ਘਟਨਾ ਨੂੰ ਨਿੰਦਣਯੋਗ ਹੈ ਕਿ ਬਹੁਤ ਮਾੜੀ ਗੱਲ ਹੈ ਕਿ ਸਰਕਾਰ ਦੇ ਹੁੰਦੇ ਇਹ ਸਭ ਹੋ ਰਿਹਾ, ਅਤਿਆਚਾਰ ਹੋ ਰਿਹਾ। ਇਹ ਜਿਹੜੀ ਸਰਕਾਰ ਹੈ ਅੰਗਰੇਜ਼ਾਂ ਤੋਂ ਵੀ ਭੈੜੀ ਹੈ, ਬੱਤਰ ਹੈ। ਅਤੇ ਜਿੱਥੇ ਸਾਲ 2022 ਦੀ ਚੋਣਾਂ ਦੀ ਗੱਲ ਕੀਤੀ ਜਾਵੇ, ਲੋਕਾਂ ਦੀ ਸਮੱਸਿਆਵਾਂ ਦੀ ਗੱਲ ਕੀਤੀ ਜਾਵੇ, ਉਹ ਮੁੱਦੇ ਦਾ ਸਾਲ 2017 'ਚ ਵੀ ਨਹੀਂ, 17 'ਚ ਵੀ ਨਹੀਂ ਸੁਲਝੇ ਅਤੇ ਹੁਣ ਵੀ ਨਹੀਂ ਸੁਲਝਦੇ ਨਜ਼ਰ ਆਉਂਦੇ। ਤੁਸੀਂ ਵੀ ਕਮੈਂਟਸ ਰਾਹੀਂ ਵਿਚਾਰ ਸਾਂਝੇ ਕਰ ਸਕਦੇ ਹੋ ਕਿ ਸਰਕਾਰਾਂ ਲੋਕਾਂ ਨਾਲ ਇੰਝ ਕਿਉਂ ਕਰ ਰਹੀਆਂ, ਉਹਨਾਂ ਦੇ ਮੁੱਦੇ ਕਿਉਂ ਨਹੀਂ ਸੁਲਝਾ ਰਹੇ, ਕਿ ਜਿਹੜਾ ਹੱਲ ਹੈ ਉਹ ਪੁਤਲੇ ਜਲਾਉਣ ਤੱਕ, ਪ੍ਰੋਟੈਸਟ ਕਰਨ ਤੱਕ ਹੀ ਸੀਮਿਤ ਰਹਿ ਗਿਆ। ਬਣੇ ਰਹੋ ਤੇਜ਼ ਪੰਜਾਬ ਨਿਊਜ਼ ਨਾਲ।